ਅਧਿਆਇ 12 ਬੰਗਾਲ ਸ਼ੈਲੀ ਅਤੇ ਭਾਰਤੀ ਕਲਾਕਾਰ ਆਧੁਨਿਕ ਦੇਵੀ ਪ੍ਰਸਾਦ ਰਾਏ ਚੌਧਰੀ ਦੇਵੀ ਪ੍ਰਸਾਦ ਰਾਏ ਚੌਧਰੀ ਦਾ ਜਨਮ 1899 ਈਸਵੀ। ਉਸ ਦਾ ਜਨਮ ਬੰਗਾਲ ਦੇ ਰੰਗਪੁਰ ਜਾਹਾ ਨਾਂ ਦੇ ਪਿੰਡ ਵਿੱਚ ਇੱਕ ਜ਼ਿਮੀਂਦਾਰ ਪਰਿਵਾਰ ਵਿੱਚ ਹੋਇਆ ਸੀ। 1914 ਵਿੱਚ ਉਹ ਅਬਿੰਦਰਨਾਥ ਠਾਕੁਰ ਕੋਲ ਗਏ। ਉੱਥੇ ਉਹਨਾਂ ਨੇ ਬਹੁਤ ਲਗਨ ਨਾਲ ਕੰਮ ਸਿੱਖਿਆ। ਇਸ ਦੇ ਨਾਲ ਹੀ ਉਹ ਇੱਕ ਇਤਾਲਵੀ ਚਿੱਤਰਕਾਰ ਨੂੰ ਮਿਲਿਆ ਜਿਸ ਤੋਂ ਸ੍ਰੀ ਰਾਏ ਚੌਧਰੀ ਨੇ ਪੱਛਮੀ ਚਿੱਤਰਕਾਰੀ ਦੀਆਂ ਤਕਨੀਕਾਂ ਸਿੱਖੀਆਂ। ਉਹ ਇੰਡੀਅਨ ਸੋਸਾਇਟੀ ਆਫ ਓਰੀਐਂਟਲ ਆਰਟ ਦਾ ਮੈਂਬਰ ਵੀ ਸੀ ਅਤੇ ਉੱਥੇ ਪੱਛਮੀ ਤਕਨੀਕਾਂ ਵਿੱਚ ਕੰਮ ਕਰਦਾ ਰਿਹਾ। 1969 ਵਿੱਚ ਉਹ ਲਲਿਤ ਕਲਾ ਅਕਾਦਮੀ, ਨਵੀਂ ਦਿੱਲੀ ਦੇ ਪਹਿਲੇ ਚੇਅਰਮੈਨ ਚੁਣੇ ਗਏ ਅਤੇ 1955 ਵਿੱਚ ਜਾਪਾਨ ਦੇ ਟੋਕੀਓ ਸ਼ਹਿਰ ਵਿੱਚ ਯੂਨੈਸਕੋ ਦੁਆਰਾ ਆਯੋਜਿਤ ਕਲਾ ਸੈਮੀਨਾਰ ਦੇ ਪ੍ਰਧਾਨ ਅਤੇ ਨਿਰਦੇਸ਼ਕ ਵੀ ਰਹੇ। ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕੰਮ ਹੈ ਕਿਰਤ ਦੀ ਜਿੱਤ। ਪ੍ਰਸਿੱਧ ਰਚਨਾ ਰਾਬਿੰਦਰਨਾਥ ਟੈਗੋਰ ਦੀ 1922 ਈਸਵੀ ਪੁਰਾਤਨ ਅਤੇ ਪਰੰਪਰਾਗਤ ਵਿਸ਼ਿਆਂ ਦੀ ਥਾਂ ਉਸਨੇ ਆਪਣੇ ਸਮਕਾਲੀ ਜੀਵਨ ਤੋਂ ਪ੍ਰੇਰਨਾ ਲੈ ਕੇ ਵਧੇਰੇ ਚਿੱਤਰਕਾਰੀ ਕੀਤੀ ਹੈ। ਰਿਟਾਇਰਮੈਂਟ ਤੋਂ ਬਾਅਦ ਉਸਨੇ ਮਜ਼ਬੂਤ ਅਤੇ ਜ਼ੋਰਦਾਰ ਲਾਈਨਾਂ ਅਤੇ ਚਟਾਕ ਅਤੇ ਵਿਆਪਕ ਬੁਰਸ਼ ਸਟ੍ਰੋਕਾਂ ਵਿੱਚ ਸਿਆਹੀ ਅਤੇ ਰੰਗਾਂ ਨਾਲ ਬਹੁਤ ਸਾਰੀਆਂ ਸੁੰਦਰ ਰਚਨਾਵਾਂ ਬਣਾਈਆਂ। ਇਹਨਾਂ ਦੇ ਆਕਾਰ ਅਸਲ ਭੌਤਿਕ ਅਨੁਪਾਤ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ। ਕਾਲਪਨਿਕ ਜਾਂ ਕਾਵਿਕ ਨਮੂਨੇ ਤੇ ਆਧਾਰਿਤ ਨਹੀਂ। ਉਸ ਦੀਆਂ ਹੋਰ ਮਸ਼ਹੂਰ ਪੇਂਟਿੰਗਾਂ ਹਨ ਗ੍ਰੀਨ ਐਂਡ ਗੋਲਡ, ਟੈਂਪੇਰਾ, ਆਫਟਰ ਦੱਦਾ ਸਟੋਰਮ, ਵਾਟਰ ਕਲਰ, ਨਿਪਜ ਤੇਲ, ਪੁਲ ਪੇਸਟਲ, ਮਹਿਲ ਕੀ ਮੁੰਡਿਆ, ਪਾਣੀ ਦਾ ਰੰਗ, ਦੁਰਗਾ ਪੂਜਾ, ਸ਼ੋਭਾ ਯਾਤਰਾ ਤੇਲ ਅਤੇ ਅਭਿਸਾਰਿਕਾ ਵਾਟਰ ਕਲਰ ਆਦਿ। ਇੱਕ ਸਫਲ ਚਿੱਤਰਕਾਰ ਹੋਣ ਤੋਂ ਇਲਾਵਾ ਸ਼੍ਰੀ ਰਾਏ ਚੌਧਰੀ ਇੱਕ ਪ੍ਰਸਿੱਧ ਮੂਰਤੀਕਾਰ ਵੀ ਸੀ। ਉਸ ਨੇ ਬਹੁਤ ਸਾਰੇ ਪਲਾਸਟਰ ਅਤੇ ਕਾਂਸੀ ਦੇ ਮਹਾਪੁਰਖਾਂ ਦੀਆਂ ਮੂਰਤੀਆਂ ਬਣਾਈਆਂ ਹਨ। ਐਨੀ ਬੇਸੈਂਟ, ਲੀਡ ਬੀਟਰ, ਸਰ ਸੀ. ਬੀ. ਕੁਮਾਰ ਸ਼ਾਸਤਰੀ, ਐਸ. ਸੀ. ਪੀ. ਰਾਮਾਸਵਾਮੀ ਅਈਅਰ, ਸਰ ਸੀ. ਆਰ. ਰੈਡੀ, ਸਰ ਆਰ. ਦੇ ਸ਼ਨਮੁਖਮ ਤੋਂ ਇਲਾਵਾ ਉਸਨੇ ਕਈ ਰਾਜਪਾਲਾਂ, ਨੇਤਾਵਾਂ ਅਤੇ ਜੱਜਾਂ ਦੀਆਂ ਮਨੁੱਖੀ ਆਕਾਰ ਦੀਆਂ ਅਤੇ ਬੁੱਤ ਮੂਰਤੀਆਂ ਬਣਾਈਆਂ ਹਨ। ਕਿਰਤ ਦੀ ਜਿੱਤ ਉਸ ਦੀਆਂ ਮਹਾਨ ਰਚਨਾਵਾਂ ਵਿੱਚੋਂ ਇੱਕ ਹੈ। ਅਬਦੁਰ ਰਹਿਮਾਨ ਚੁਗਤਾਈ। ਅਬਦੁਰ ਰਹਿਮਾਨ ਚੁਗਤਾਈ ਅਵੰਦਰਾਕੁਰ ਦਾ ਪ੍ਰਤਿਭਾਸ਼ਾਲੀ ਚੇਲਾ ਵੀ ਸੀ ਜਿਸ ਨੂੰ ਬੰਗਾਲ ਸ਼ੈਲੀ ਦਾ ਪ੍ਰਚਾਰ ਕਰਨ ਲਈ ਮੀਆਂ ਸਕੂਲ ਆਫ ਆਰਟ, ਲਾਹੌਰ ਭੇਜਿਆ ਗਿਆ ਸੀ। ਚੁਗਤਾਈ ਦੀ ਇੱਛਾ ਗਾਲਿਬ ਅਤੇ ਉਮਰ ਰੂਪਯਾਗ ਨੂੰ ਚਿਤਰਨ ਦੀ ਸੀ। ਉਹਨਾਂ ਦੇ ਆਧਾਰ ਤੇ ਉਹਨਾਂ ਨੇ ਗਜ਼ਲਾਂ ਤੇ ਆਧਾਰਿਤ ਚਿੱਤਰਾਂ ਦਾ ਸੰਗ੍ਰਹਿ ਤਿਆਰ ਕੀਤਾ। 1930 ਤੋਂ 32 ਦੇ ਆਸ-ਪਾਸ ਇਸ ਦਾ ਪਹਿਲਾ ਪ੍ਰਕਾਸ਼ਨ ਨਕਸ਼-ਏ-ਚੁਗਤਾਈ ਸੀ। 1996 ਵਿੱਚ ਚੁਗਤਾਈ ਦਾ ਦੂਜਾ ਸੰਗ੍ਰਹਿ ਮੁਰੱਕਾ-ਏ-ਚੁਗਤਾਈ ਪ੍ਰਕਾਸ਼ਿਤ ਹੋਇਆ। ਮਿਸਟਰ ਚੁਗਤਾਈ ਮੱਧਕਾਲੀ ਵਿਸ਼ਿਆਂ ਨੂੰ ਸੁੰਦਰ ਚਿੱਤਰਾਂ ਅਤੇ ਆਕਰਸ਼ਕ ਰੰਗਾਂ ਨਾਲ ਚਿਤਰਨ ਵਿੱਚ ਮਾਹਰ ਸੀ। ਹਿੰਦੂਆਂ ਦੇ ਵਿਸ਼ਿਆਂ ਨੂੰ ਪਾਤਰ ਮੁਖੀ ਸ਼ੈਲੀ ਵਿੱਚ ਸ਼ਿਲਪਿਤ ਕਰਨ ਦੇ ਹੁਨਰ ਅਤੇ ਪ੍ਰਤਿਭਾ ਦੀ ਵਿਸ਼ਵ ਦੇ ਪ੍ਰਸਿੱਧ ਕਲਾ ਆਲੋਚਕਾਂ ਦੁਆਰਾ ਸ਼ਲਾਘਾ ਕੀਤੀ ਗਈ ਹੈ ਅਤੇ ਉਹਨਾਂ ਨੂੰ ਰੰਗਾਂ ਦਾ ਸਮਰਾਟ ਕਿਹਾ ਗਿਆ ਹੈ। ਭਾਰਤੀ ਅਤੇ ਫਾਰਸੀ ਤੱਤ ਆਪਣੀ ਕਲਾ ਵਿੱਚ ਸੁੰਦਰ ਅਤੇ ਅਲੰਕਾਰਿਕ ਹਨ। ਉਸ ਦੀ ਸ਼ੈਲੀ ਸਰਲ ਅਤੇ ਸਪਸ਼ਟ ਹੈ ਅਤੇ ਇੱਕ ਅਲੰਕਾਰਿਕ ਕਲਾਤਮਕ ਟਿਊਬ ਹੈ। ਇਸ ਵਿੱਚ ਇੱਕ ਨਰਮ ਪ੍ਰਵਾਹ ਹੈ ਅਤੇ ਮਾਦਾ ਚਿੱਤਰਾਂ ਦੇ ਕੱਪੜਿਆਂ ਅਤੇ ਗਹਿਣਿਆਂ ਵਿੱਚ ਵਹਿੰਦਾ ਹੈ। ਉਹਨਾਂ ਦੇ ਫਾਰਮ ਡਿਜ਼ਾਈਨ ਦੀ ਪੂਰੀ ਲਾਈਨ ਸਫੈਦ ਜ਼ਮੀਨ ਤੇ ਪਿਆਰ ਅਤੇ ਉਤਸ਼ਾਹ ਦੀ ਦੁਨੀਆ ਬਣਾਉਂਦੀ ਹੈ। ਉਸ ਕੋਲ ਇੱਕ ਅਟਲ ਸੁਹਜ ਹੈ, ਨੀਲੇ ਅਤੇ ਸਿੰਦੂਰ ਦੀਆਂ ਬਾਰੀਕ ਲਾਈਨਾਂ ਦੁਆਰਾ। ਸਮਕਾਲੀ 107 ਹੋਲੀ ਦੇ ਸਿਰਲੇਖ ਵਾਲੀ ਤਸਵੀਰ ਵਿੱਚ ਪ੍ਰੇਮੀਆਂ ਦੀ ਖੇਡ ਨੂੰ ਸੁੰਦਰ ਅਤੇ ਦਿਲਕਸ਼ ਲਾਈਨਾਂ ਦੀ ਵਿਧੀ ਨਾਲ ਪੇਸ਼ ਕੀਤਾ ਗਿਆ ਹੈ। ਸਹਾਰਾ ਦੀ ਰਾਜਕੁਮਾਰੀ, ਸਿਸਟਰਸ, ਪ੍ਰਿੰਸ ਸਲੀਮ, ਜੰਗਲ ਵਿੱਚ ਲੈਲਾ, ਜੀਵਨ, ਬੁਝੀ ਹੋਈ ਲਾਟ, ਗੀਤਾਂ ਦਾ ਤੋਹਫਾ, ਜੀਵਨ, ਜਾਲ, ਕਵੀ, ਤੁਲਸੀਦਾਸ, ਸੰਨਿਆਸੀ, ਰਾਧਾ ਕ੍ਰਿਸ਼ਨ, ਹੀਰਾਮਨ ਤੋਤਾ ਆਦਿ ਉਸ ਦੀਆਂ ਕੁਝ ਮਸ਼ਹੂਰ ਪੇਂਟਿੰਗਾਂ ਹਨ। ਇੱਕ ਸ਼ਾਮ ਦੇ ਦ੍ਰਿਸ਼ ਵਿੱਚ ਉਸਨੇ ਇੱਕ ਕ੍ਰੀਪਰ ਦੇ ਪੱਤਿਆਂ ਦੇ ਕਿਨਾਰਿਆਂ ਤੇ ਸੋਨੇ ਦੀ ਮੱਛੀ ਦੇਖੀ। ਆਭਾ ਅਤੇ ਬੈਕਗ੍ਰਾਉਂਡ ਤੇ ਗੁਲਾਬੀ ਰੰਗ ਲਗਾ ਕੇ ਬਲਾਂ ਵਿੱਚ ਹੌਲੀ-ਹੌਲੀ ਹਲਕੇ ਹੁੰਦੇ ਜਾਣ ਦੇ ਨਾਲ ਇੱਕ ਛੋਟੀ ਟਾਹਣੀ ਤੇ ਪੰਛੀ ਜੋੜੇ ਨੂੰ ਦਿਖਾ ਕੇ ਇੱਕ ਸੁੰਦਰ ਮਾਹੌਲ ਨੂੰ ਦਰਸਾਇਆ ਗਿਆ ਹੈ।
ਚੁਗਤਾਈ ਦੀਆਂ ਪੇਂਟਿੰਗਾਂ ਵਿੱਚ ਇਸ ਮੋਟੇ ਸੰਸਾਰ ਤੋਂ ਵੱਖ ਇੱਕ ਖੂਬਸੂਰਤ ਸੰਸਾਰ ਦੀ ਕਲਪਨਾ ਹੈ, ਇੱਕ ਤਰ੍ਹਾਂ ਦਾ ਬਚਨਾ ਹੈ, ਪਰ ਇਹ ਬਹੁਤ ਆਕਰਸ਼ਕ ਵੀ ਹੈ। ਰਾਮਕਿੰਕਰ ਬੈਜ ਸ਼ਾਂਤੀ ਨਿਕੇਤਨ ਵਿੱਚ ਕਿਕੇਰਡਾ ਦੇ ਨਾਮ ਨਾਲ ਮਸ਼ਹੂਰ ਰਾਮਕਿੰਕਰ ਦਾ ਜਨਮ ਬਾਂਕੁੜਾ ਦੇ ਨੇੜੇ ਜੁਗੀਪਾੜਾ ਵਿੱਚ ਹੋਇਆ ਸੀ। 1935 ਈਸਵੀ ਵਿੱਚ ਉਸ ਦੀ ਸਿਰਜਣਾਤਮਕ ਪ੍ਰਤਿਭਾ ਦਾ ਵਿਕਾਸ ਹੋਇਆ ਅਤੇ 1940 ਈਸਵੀ ਤੱਕ ਉਸ ਨੇ ਕਈ ਚਿੱਤਰ ਅਤੇ ਮੂਰਤੀਆਂ ਦੀ ਰਚਨਾ ਕੀਤੀ, ਜਿਨ੍ਹਾਂ ਵਿੱਚ ਸੁਜਾਤਾ, ਸੰਥਾਲ ਪਰਿਵਾਰ, ਕੁੜੀ ਅਤੇ ਕੁੱਤਾ, ਅਨਾਜ ਦੀ ਉਸਾਈ ਆਦਿ ਵਿਸ਼ੇਸ਼ ਤੌਰ ਤੇ ਪ੍ਰਸਿੱਧ ਹਨ। ਉਸ ਦੀ ਪਹਿਲੀ ਇਕੱਲੀ ਪ੍ਰਦਰਸ਼ਨੀ 1942 ਵਿੱਚ ਨਵੀਂ ਦਿੱਲੀ ਵਿੱਚ ਹੋਈ। ਉਸ ਦੀਆਂ ਹੋਰ ਪ੍ਰਦਰਸ਼ਨੀਆਂ ਇੰਡੀਅਨ ਸੋਸਾਇਟੀ ਆਫ ਓਰੀਐਂਟਲ ਆਰਟ, ਕਲਕੱਤਾ, ਰਿਐਲਿਟੀਜ਼ ਨੋਵੇਲ ਪੈਰਿਸ 1950 ਤੋਂ 51, ਏਸ਼ੀਅਨ ਆਰਟ ਪ੍ਰਦਰਸ਼ਨੀ ਟੋਕੀਓ ਵਿਖੇ ਆਯੋਜਿਤ ਕੀਤੀਆਂ ਗਈਆਂ ਸਨ। ਉਸ ਨੇ ਨਵੀਂ ਦਿੱਲੀ ਵਿੱਚ ਰਿਜ਼ਰਵ ਬੈਂਕ ਲਈ 24 ਇੰਚ ਦੀ 2 ਵੱਡੀਆਂ ਮੂਰਤੀਆਂ ਵੀ ਬਣਾਈਆਂ। ਰਾਮਕਿੰਕਰ ਰਿਐਲਿਟੀਜ਼ ਨੋਵੇਲ ਪੈਰਿਸ ਅਤੇ ਇੰਡੀਅਨ ਸਕਲਪਟਰਜ਼ ਐਸੋਸੀਏਸ਼ਨ, ਕਲਕੱਤਾ ਦੇ ਮੈਂਬਰ ਵੀ ਸਨ। ਉਸ ਦੀਆਂ ਕਲਾ ਕਿਰਤਾਂ ਲਲਿਤ ਕਲਾ ਅਕਾਦਮੀ, ਨੈਸ਼ਨਲ ਮਿਊਜ਼ੀਅਮ ਆਫ ਮਾਡਰਨ ਆਰਟ ਅਤੇ ਭਾਰਤ ਅਤੇ ਵਿਦੇਸ਼ਾਂ ਦੇ ਅਜਾਇਬ ਘਰਾਂ ਵਿੱਚ ਹਨ। ਉਹ ਮੁੱਖ ਤੌਰ ਤੇ ਇੱਕ ਮੂਰਤੀਕਾਰ ਸੀ। ਉਸ ਨੇ ਸੀਮੈਂਟ, ਪਲਾਸਟਰ ਅਤੇ ਪੱਥਰ ਨਾਲ ਬਹੁਤ ਸਾਰੀਆਂ ਮੂਰਤੀਆਂ ਬਣਾਈਆਂ ਹਨ ਅਤੇ ਅਕਸਰ ਉਸ ਨੇ ਜੀਵਨੀ ਸ਼ਕਤੀ ਨਾਲ ਭਰਪੂਰ ਅਤੇ ਵਿਕਾਸਸ਼ੀਲ ਜੀਵਨ ਦੇ ਵਿਸ਼ਿਆਂ ਦੀ ਮੂਰਤੀ ਬਣਾਈ ਹੈ। ਉਹ ਇੱਕ ਚੰਗਾ ਚਿੱਤਰਕਾਰ ਵੀ ਸੀ। ਸ਼ੁਰੂ ਵਿੱਚ ਉਸ ਨੇ ਲਘੂ ਚਿੱਤਰ ਬਣਾਏ, ਪਰ ਜਲਦੀ ਹੀ ਉਸ ਨੇ ਤੇਲ ਰੰਗਾਂ ਨੂੰ ਅਪਣਾ ਲਿਆ ਅਤੇ ਕਈ ਪ੍ਰਯੋਗ ਕੀਤੇ। ਉਸ ਨੇ ਵਿਅਕਤੀ ਦੇ ਚਿੱਤਰ, ਡਿਜ਼ਾਈਨ, ਵੇਲਾਂ, ਇਮਾਰਤਾਂ, ਕੁਦਰਤੀ ਨਜ਼ਾਰਿਆਂ ਆਦਿ ਨੂੰ ਦਰਸਾਇਆ ਹੈ। ਵਿਅਕਤੀਗਤ ਪੋਰਟਰੇਟ ਵਿੱਚ ਉਸ ਨੇ ਚਿੱਤਰਿਤ ਵਿਅਕਤੀ ਦੇ ਸੁਭਾਅ ਨੂੰ ਵੀ ਸਾਹਮਣੇ ਲਿਆਂਦਾ ਹੈ। ਰਾਮਕਿੰਕਰ ਦਾ ਵਾਟਰ ਕਲਰ ਦਾ ਕੰਮ ਵਿਨੋਦ ਬਿਹਾਰੀ ਮੁਖਰਜੀ ਵਰਗਾ ਹੀ ਹੈ। ਪੇਂਟਿੰਗ ਅਤੇ ਸ਼ਿਲਪਕਾਰੀ ਦਾ ਉਸ ਦਾ ਸਾਰਾ ਕੰਮ ਕੁਦਰਤ ਦੇ ਬਹੁਤ ਨੇੜੇ ਹੈ। ਮਨੁੱਖੀ ਰੂਪ ਵਿੱਚ ਉਹ ਅੰਦੋਲਨ ਵੱਲ ਵਧੇਰੇ ਧਿਆਨ ਦੇਵੇਗਾ ਸਨ ਅਤੇ ਸੁਮੇਲ ਸਥਿਤੀਆਂ ਅਤੇ ਆਸਨਾਨ ਵਿੱਚ, ਅਤੇ ਉਹ ਇਹਨਾਂ ਨੂੰ ਜੀਵਨ ਦੀ ਨਬਜ਼ ਨਾਲ ਲੈਮਿਕ ਰੂਪ ਵਿੱਚ ਚਿੰਨ੍ਹਿਤ ਕਰਦੇ ਸਨ। ਉਸ ਦੀਆਂ ਬਹੁਤੀਆਂ ਪੇਂਟਿੰਗਾਂ ਵਿੱਚ ਪ੍ਰਭਾਵਵਾਦੀਆਂ ਦੀ ਰੋਸ਼ਨੀ, ਸੇਜ਼ਾਨ ਦੀ ਸਪੇਸ, ਕਿਊਬਿਸਟਾਂ ਦੀ ਫਰਸ਼ ਅਤੇ ਪਾਰਦਰਸ਼ਤਾ ਅਤੇ ਪੂਰਬੀ ਦੇਸ਼ਾਂ ਦੀ ਲਿਪੀ ਦੀ ਜੀਵੰਤਤਾ ਵਿਚਕਾਰ ਸੁੰਦਰ ਤਾਲਮੇਲ ਹੈ। ਇਸ ਮਹਾਨ ਕਲਾਕਾਰ ਦਾ 1 ਅਗਸਤ 1980 ਨੂੰ ਦੇਹਾਂਤ ਹੋ ਗਿਆ। ਰਾਬਿੰਦਰਨਾਥ ਟੈਗੋਰ ਵਿਸ਼ਵ ਮੰਚ ਤੇ ਕਵੀ ਵਜੋਂ ਪ੍ਰਸਿੱਧ ਰਾਬਿੰਦਰਨਾਥ ਟੈਗੋਰ ਦਾ ਜਨਮ 7 ਮਾਰਚ 1861 ਨੂੰ ਕਲਕੱਤਾ ਦੇ ਇੱਕ ਕੁਲੀਨ ਪਰਿਵਾਰ ਵਿੱਚ ਹੋਇਆ ਸੀ। ਰਾਬਿੰਦਰਨਾਥ ਦੇ ਪਰਿਵਾਰ ਵਿੱਚ ਬਹੁਤ ਸਾਰੇ ਦਾਰਸ਼ਨਿਕ, ਵਿਦਵਾਨ, ਕਲਾਕਾਰ, ਸਮਾਜ ਸੁਧਾਰਕ ਅਤੇ ਪ੍ਰਤਿਭਾਸ਼ਾਲੀ ਲੋਕ ਸਨ। ਇਸ ਲਈ ਉਹ ਕਵੀ, ਨਾਟਕਕਾਰ, ਕਹਾਣੀਕਾਰ, ਨਾਵਲਕਾਰ, ਸੰਗੀਤਕਾਰ, ਅਭਿਨੇਤਾ, ਚਿੰਤਕ, ਦਾਰਸ਼ਨਿਕ ਅਤੇ ਚਿੱਤਰਕਾਰ ਆਦਿ ਵਰਗੇ ਕਈ ਕਿਸਮਾਂ ਦੀ ਸ਼ਖਸੀਅਤ ਦਾ ਵਿਕਾਸ ਕਰ ਸਕੇ। 108 1907 ਵਿੱਚ ਉਸ ਨੇ ਇੰਡੀਅਨ ਸੁਸਾਇਟੀ ਆਫ ਓਰੀਐਂਟਲ ਆਰਟ ਦੀ ਸਥਾਪਨਾ ਵਿੱਚ ਮਦਦ ਕੀਤੀ। ਉਹ 1912 ਤੋਂ 13 ਵਿੱਚ ਇੰਗਲੈਂਡ ਗਿਆ ਅਤੇ 1919 ਵਿੱਚ ਉਸ ਨੂੰ ਗੀਤਾਂਜਲੀ ਤੇ ਨੋਬਲ ਪੁਰਸਕਾਰ ਮਿਲਿਆ। ਇਸ ਕਾਰਨ ਉਸ ਦੀ ਪ੍ਰਸਿੱਧੀ ਦੁਨੀਆ ਭਰ ਵਿੱਚ ਫੈਲ ਗਈ। 1920 ਵਿੱਚ ਉਸ ਨੇ ਉੱਥੇ ਇੱਕ ਕਲਾ ਮੁਕਾਬਲਾ ਕਰਵਾਇਆ, ਇਸ ਵਿੱਚ ਹਿੱਸਾ ਲਿਆ ਅਤੇ ਜੱਜ ਵੀ ਬਣੇ। 1024 ਵਿੱਚ ਉਹ ਜਾਪਾਨ ਅਤੇ ਚੀਨ ਰਾਹੀਂ ਅਰਜਨਟੀਨਾ ਗਿਆ। 1926 ਵਿੱਚ ਉਹ ਦੁਬਾਰਾ ਯੂਰਪ ਦੀ ਯਾਤਰਾ ਤੇ ਗਿਆ ਅਤੇ ਪਹਿਲੇ ਵਿਸ਼ਵ ਯੁੱਧ ਦੇ ਵਿਰੁੱਧ ਲੇਖ ਲਿਖੇ। ਉਸੇ ਸਾਲ ਬਰਮਿੰਘਮ ਸਿਟੀ, ਲੰਡਨ, ਬਰਲਿਨ, ਡ੍ਰੇਸਡਨ, ਮਿਊਨਿਖ, ਡੈਨਮਾਰਕ, ਸਵਿਟਜ਼ਰਲੈਂਡ, ਮਾਸਕੋ ਅਤੇ ਨਿਊਯਾਰਕ ਵਿੱਚ ਉਸ ਦੀਆਂ ਹੋਰ ਪ੍ਰਦਰਸ਼ਨੀਆਂ ਲੱਗੀਆਂ।
ਉਸ ਦੀ ਕਲਾ ਦੀ ਹਰ ਪਾਸੇ ਪ੍ਰਸ਼ੰਸਾ ਹੋਈ ਅਤੇ ਉਹ ਆਧੁਨਿਕ ਭਾਰਤ ਦੇ ਪਹਿਲੇ ਅੰਤਰਰਾਸ਼ਟਰੀ ਚਿੱਤਰਕਾਰ ਵਜੋਂ ਪ੍ਰਸਿੱਧ ਹੋਏ। ਭਾਰਤ ਵਿੱਚ 1931 ਵਿੱਚ ਬੰਬਈ ਵਿੱਚ ਅਤੇ 1932 ਵਿੱਚ ਕਲਕੱਤਾ ਵਿੱਚ ਉਸ ਦੀਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ। 1931 ਤੋਂ 34 ਅਤੇ 1938 ਤੋਂ 39 ਦੇ ਅਰਸੇ ਵਿੱਚ ਭਾਰਤ ਅਤੇ ਵਿਦੇਸ਼ਾਂ ਵਿੱਚ ਉਸ ਦੀਆਂ ਕਈ ਪ੍ਰਦਰਸ਼ਨੀਆਂ ਲੱਗੀਆਂ। ਉਹ 7 ਅਗਸਤ 1941 ਨੂੰ ਸਰੀਰ ਤਿਆਗ ਗਿਆ। ਰਬਿੰਦਰਨਾਥ ਟੈਗੋਰ ਦੀ ਕਲਾ। ਰਬਿੰਦਰਨਾਥ ਟੈਗੋਰ ਨੇ 1920 ਦੇ ਆਸ-ਪਾਸ ਬੁਢਾਪੇ ਵਿੱਚ ਪੇਂਟਿੰਗ ਸ਼ੁਰੂ ਕੀਤੀ ਸੀ। ਕਾਗਜ਼ ਤੇ ਫੁੱਲਾਂ ਨੂੰ ਪੀਸਣਾ, ਫੁੱਲਾਂ ਦਾ ਰੰਗ ਭਰਨਾ, ਹਲਦੀ ਨਾਲ ਸੋਨੇ ਦੀ ਚਮਕ ਦਿਖਾਉਣ ਦੀ ਕੋਸ਼ਿਸ਼ ਕਰਨਾ ਅਤੇ ਚਮਕਦਾਰ ਸੂਰਜ ਦੀਆਂ ਕਿਰਨਾਂ ਦਿਖਾਉਣ ਲਈ ਕਾਗਜ਼ ਦੀ ਉਸ ਜਗ੍ਹਾ ਨੂੰ ਖਾਲੀ ਛੱਡਣਾ। ਉਹ ਤਾਲ ਦੀ ਭਾਵਨਾ ਨੂੰ ਕਲਾ ਦਾ ਸਭ ਤੋਂ ਜ਼ਰੂਰੀ ਗੁਣ ਮੰਨਦਾ ਸੀ। ਉਸ ਦੀਆਂ ਸਾਰੀਆਂ ਪੇਂਟਿੰਗਾਂ ਵਿੱਚ ਐਂਗੂਲੈਰਿਟੀ ਵਧੇਰੇ ਹੈ। ਉਸ ਦੀਆਂ ਪੇਂਟਿੰਗਾਂ ਦੀ ਪੂਰੀ ਦੁਨੀਆ ਵਿੱਚ ਪ੍ਰਸ਼ੰਸਾ ਹੋਈ। ਪਰ ਰਬਿੰਦਰਨਾਥ ਨੇ ਖੁਦ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੇਰੀਆਂ ਤਸਵੀਰਾਂ ਵਿੱਚ ਕੀ ਹੈ। ਤੀਰਅੰਦਾਜ਼ ਨੇ ਰਬਿੰਦਰਨਾਥ ਦੀ ਕਲਾ ਦੇ 3 ਗੁਣ ਮੰਨੇ ਹਨ। 1. ਉਸ ਦੀ ਕਲਾ ਪੂਰੀ ਤਰ੍ਹਾਂ ਆਧੁਨਿਕ ਹੈ, ਪਰ ਆਧੁਨਿਕਤਾ ਦੇ ਨਜ਼ਰੀਏ ਤੋਂ। ਦੁਨੀਆ ਵਿੱਚ ਕਿਸੇ ਵੀ ਦੇਸ਼ ਜਾਂ ਕਲਾਕਾਰ ਦੀ ਰੀਸ ਨਹੀਂ ਹੈ। 2. ਭਾਰਤੀ ਰੇਖਾਵਾਂ ਅਤੇ ਆਕਾਰਾਂ ਦਾ ਆਧਾਰ ਲਿਆ ਗਿਆ ਹੈ, ਇਸ ਲਈ ਪੂਰਾ ਕੁਦਰਤ ਦੁਆਰਾ ਭਾਰਤੀ। 3. ਇਹ ਪੂਰੀ ਤਰ੍ਹਾਂ ਅਸਲੀ ਹੈ, ਇਸ ਵਿੱਚ ਤਾਜ਼ਗੀ ਅਤੇ ਤਾਕਤ ਹੈ। ਗਗਨੇਂਦਰਨਾਥ ਠਾਕੁਰ। ਗਗਨੇਂਦਰਨਾਥ ਠਾਕੁਰ ਦਾ ਜਨਮ 1867 ਵਿੱਚ ਕਲਕੱਤਾ ਵਿੱਚ ਹੋਇਆ ਸੀ। ਗਗਨੇਂਦਰਨਾਥ ਨੂੰ ਬਚਪਨ ਤੋਂ ਹੀ ਵੱਖ-ਵੱਖ ਕਲਾਵਾਂ ਵਿੱਚ ਰੁਚੀ ਸੀ। ਗਗਨੇਂਦਰਨਾਥ ਠਾਕੁਰ ਇੱਕ ਅਜਿਹਾ ਵਿਅਕਤੀ ਸੀ ਜੋ ਪ੍ਰਸਿੱਧੀ ਤੋਂ ਦੂਰ ਸੀ, ਇਸੇ ਲਈ ਉਸਨੇ ਆਪਣੀ ਜ਼ਿੰਦਗੀ ਦਾ ਕੋਈ ਲੇਖਾ-ਜੋਖਾ ਨਹੀਂ ਛੇੜਿਆ। ਉਸ ਦਾ ਪਾਲਣ ਪੋਸ਼ਣ ਰਬਿੰਦਰਨਾਥ ਟੈਗੋਰ ਦੀ ਦੇਖ-ਰੇਖ ਹੇਠ ਹੋਇਆ ਸੀ। 1902 ਤੋਂ 03 ਵਿੱਚ ਆਪਣੇ ਪਰਿਵਾਰ ਵਿੱਚ ਜਾਪਾਨੀ ਚਿੱਤਰਕਾਰਾਂ ਦੇ ਰਹਿਣ ਕਾਰਨ ਗਗਨੇਂਦਰਨਾਥ ਨੇ ਚਿੱਤਰਕਾਰੀ ਦੀ ਜਾਪਾਨੀ ਵਿਧੀ ਵੀ ਸਿੱਖ ਲਈ। ਇਸ ਤੋਂ ਬਾਅਦ ਧੋਤੀ ਸ਼ੈਲੀ ਵਿੱਚ ਚੈਤਨਿਆ ਚਰਿਤਮਾਲਾ ਦਾ ਰੰਗ ਬੰਨਿਆ ਗਿਆ। ਤੀਰਥਾਂ ਅਤੇ ਰਾਤ ਦੇ ਦ੍ਰਿਸ਼ਾਂ ਵਿੱਚ ਕਾਲੀ ਸਿਆਹੀ ਜਾਂ ਗੂੜ੍ਹੇ ਰੰਗ ਨੇ ਮੰਦਰਾਂ ਦੀ ਇਮਾਰਤਸਾਜ਼ੀ, ਸੈਲਾਨੀਆਂ ਦੀ ਭੀੜ ਆਦਿ ਨੂੰ ਦਰਸਾਇਆ ਹੈ। ਇਹਨਾਂ ਪੇਂਟਿੰਗਾਂ ਵਿੱਚ ਮੰਦਰਾਂ ਦੇ ਪਾਵਨ ਅਸਥਾਨ ਤੋਂ ਆਉਣ ਵਾਲੀ ਰੋਸ਼ਨੀ ਅਧਿਆਤਮਿਕ ਧਾਰਮਿਕ ਚਿੰਨ੍ਹਾਂ ਨੂੰ ਸੰਭਾਲਦੀ ਹੈ। ਕਣਵਾਦੀ, ਭਵਿੱਖਵਾਦੀ ਅਤੇ ਰਚਨਾਤਮਕ ਕਲਾ ਅੰਦੋਲਨਾਂ ਤੋਂ ਚਿੱਤਰਾਂ ਦੀ ਵਰਤੋਂ ਨੂੰ ਵੀ ਕਾਲੀ ਸਿਆਹੀ ਨਾਲ ਚਿੰਨ੍ਹਿਤ ਕੀਤਾ ਗਿਆ ਹੈ। ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦਾ ਵੀ ਇਸ ਕਿਸਮ ਦੀਆਂ ਤਸਵੀਰਾਂ ਤੇ ਪ੍ਰਭਾਵ ਪੈਂਦਾ ਹੈ। 1914 ਵਿੱਚ ਪੈਰਿਸ ਵਿੱਚ ਭਾਰਤੀ ਚਿੱਤਰਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਗਗਨੇਂਦਰਨਾਥ ਠਾਕੁਰ ਦੀਆਂ 6 ਤਸਵੀਰਾਂ ਸਨ। ਇਹਨਾਂ ਪੇਂਟਿੰਗਾਂ ਦੀ ਭਰਪੂਰ ਸ਼ਲਾਘਾ ਹੋਈ। ਉਸ ਦੇ ਕਣਵਾਦ ਵਿੱਚ ਇੱਕ ਪਾਰਦਰਸ਼ੀ ਰਹੱਸਵਾਦ, ਸਮਕਾਲੀ ਦ੍ਰਿਸ਼ਟੀ ਅਤੇ ਆਦਰਸ਼ਵਾਦ ਹੈ ਜੋ ਉਸ ਨੂੰ ਪੱਛਮੀ ਕਣਵਾਦ ਤੋਂ ਵੱਖਰਾ ਕਰਦਾ ਹੈ। ਹਿਮਾਲਿਆ, ਬੰਦਨੀ ਰਾਜਕੁਮਾਰੀ ਵਿੱਚ ਮੀਂਹ ਦੇ ਦ੍ਰਿਸ਼ ਵਿੱਚ ਬਹੁਤ ਸਾਰੇ ਸਮਾਨਾਂਤਰਾਂ ਦੀ ਰਚਨਾ। TGT ਕਲਾ। ਤਸਵੀਰ ਵਿੱਚ ਅਣਗਿਣਤ ਪਰਛਾਵਿਆਂ ਨੂੰ ਰੋਸ਼ਨੀ ਨਾਲ ਖੇਡਦੇ ਦਿਖਾਇਆ ਗਿਆ ਹੈ ਅਤੇ ਲੜਕੀ ਦੀ ਤਸਵੀਰ ਵਿੱਚ ਪੌੜੀਆਂ, ਢਲਾਣਾਂ ਆਦਿ ਦੇ ਸੁਮੇਲ ਵਿੱਚ ਰੋਸ਼ਨੀ ਨੂੰ ਇਸ ਤਰ੍ਹਾਂ ਦਰਸਾਇਆ ਗਿਆ ਹੈ ਕਿ ਇਸਨੇ ਚਿੱਤਰਾਂ ਦੇ ਭਾਗਾਂ ਨੂੰ ਸਪਸ਼ਟ ਕਰ ਦਿੱਤਾ ਹੈ। ਗਗਨੇਂਦਰਨਾਥ ਨੇ ਚਾਂਦੀ ਅਤੇ ਸੁਨਹਿਰੀ ਰੇਸ਼ਮ ਉੱਤੇ ਕਾਲੀ ਸਿਆਹੀ ਨਾਲ ਸਕੈਚ ਬਣਾ ਕੇ ਕਈ ਚਿੱਤਰ ਬਣਾਏ। ਕਵੀ ਰਬਿੰਦਰ ਨੇ ਆਪਣੇ ਪ੍ਰਭਾਵਸ਼ਾਲੀ ਚਿੱਤਰਾਂ ਵਿੱਚ ਕਾਂਗਰਸ ਨੂੰ ਸੰਬੋਧਨ ਕਰਦੇ ਹੋਏ ਜੰਗਲ ਦੀ ਬਸੰਤ ਦੀ ਅੱਗ, ਰਾਂਚੀ ਵਿੱਚ ਸੂਰਜ ਡੁੱਬਣਾ ਆਦਿ ਵਿਸ਼ੇਸ਼ ਤੌਰ ਤੇ ਪ੍ਰਸਿੱਧ ਹਨ। ਇਸ ਤੋਂ ਬਾਅਦ ਉਹਨਾਂ ਨੇ ਜੋ ਤਸਵੀਰਾਂ ਬਣਾਈਆਂ ਸਨ, ਉਹਨਾਂ 'ਚ ਰੋਸ਼ਨੀ ਦੀ ਜਗ੍ਹਾ ਘਟਣ ਲੱਗੀ ਅਤੇ ਬਾਕੀਆਂ ਦਾ ਹਿੱਸਾ ਵਧਣ ਲੱਗਾ। ਆਪਣੇ ਜੀਵਨ ਦੇ ਆਖਰੀ ਪੜਾਅ ਵਿੱਚ ਗਗਨੇਂਦਰਨਾਥ ਟੈਗੋਰ ਨੇ ਕਾਲੀ ਸਿਆਹੀ ਨਾਲ ਚੌੜੇ ਬੁਰਸ਼ ਸਟਰੋਕ ਵਿੱਚ ਅਸਮਾਨ ਵੱਲ ਛਾਲ ਮਾਰਦੇ ਪਹਾੜਾਂ ਅਤੇ ਰੁੱਖਾਂ ਅਤੇ ਉਹਨਾਂ ਉੱਤੇ ਉੱਡਦੇ ਬੱਦਲਾਂ ਨੂੰ ਪੇਂਟ ਕੀਤਾ। ਗਗਨੇਂਦਰਨਾਥ ਦੀ ਕਲਾ ਨੂੰ ਹੇਠ ਲਿਖੇ ਅਨੁਸਾਰ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ। 1. ਪਰੀ ਕਹਾਣੀ ਵਰਗੇ ਮਾਹੌਲ ਵਿੱਚ ਰੋਮਾਂਟਿਕ ਥੀਮਾਂ ਦਾ ਚਿੱਤਰਣ। 2. ਰਹੱਸਮਈ ਰੌਸ਼ਨੀ ਨਾਲ ਐਬਸਟਰੈਕਟ ਪੇਂਟਿੰਗ। 13. ਅਮੀਰ ਤਸਵੀਰਾਂ। 4.
ਕੁਦਰਤੀ ਦ੍ਰਿਸ਼। 5 ਕਾਲੇ ਅਤੇ ਚਿੱਟੇ ਵਿੱਚ ਸਕੈਚ, ਪੋਰਟਰੇਟ ਅਤੇ ਸਮਾਜਿਕ ਵਿਅੰਗ। ਉਸ ਦੇ ਵਿਅੰਗ ਰੋਗ ਸੰਬੰਧੀ ਨਹੀਂ ਹਨ, ਇਹ ਸਮਾਜਿਕ ਸਥਿਤੀਆਂ ਤੇ ਵਿਅੰਗ ਹਨ। ਉਹ ਭਾਰਤ ਵਿੱਚ ਕੈਰੀਕੇਚਰ ਦੇ ਸ਼ੁਰੂਆਤੀ ਕਲਾਕਾਰਾਂ ਵਿੱਚੋਂ ਇੱਕ ਸੀ। ਯਾਮਿਨੀ ਰਾਏ। ਯਾਮਿਨੀ ਰਾਏ ਦਾ ਜਨਮ 1887 ਵਿੱਚ ਬਾਂਕੁਰਾ ਜ਼ਿਲ੍ਹੇ ਦੇ ਬੇਲਿਆਟੋਰ ਨਾਮਕ ਇੱਕ ਪਿੰਡ ਵਿੱਚ ਹੋਇਆ ਸੀ। ਬੰਗਾਲ ਵਿੱਚ ਬਾਂਕੁਰਾ ਜ਼ਿਲ੍ਹੇ ਦੀ ਸੰਸਕ੍ਰਿਤੀ ਦਾ ਵਿਸ਼ੇਸ਼ ਸਥਾਨ ਹੈ। ਇੱਥੋਂ ਪੱਛਮ ਵਿੱਚ ਸੰਥਾਲ, ਉੱਤਰ ਵਿੱਚ ਮੱਲ ਅਤੇ ਪੂਰਬ ਵਿੱਚ ਹਿੰਦੂ ਰਹਿੰਦੇ ਹਨ। ਬਾਂਕੁਰਾ ਇਹਨਾਂ ਸਾਰਿਆਂ ਦਾ ਮਿਲਣ ਦਾ ਸਥਾਨ ਹੈ। ਸੱਪ, ਨਦੀ, ਸ਼ਿਵ, ਸ਼ਕਤੀ, ਦੇਵੀ ਮਾਂ ਆਦਿ ਦੀ ਪੂਜਾ ਕਰਨ ਦੀਆਂ ਕਈ ਵਿਧੀਆਂ ਵੀ ਇੱਥੇ ਪ੍ਰਚਲਿਤ ਹਨ, ਜੋ ਸਥਾਨਕ ਲੋਕ ਮਾਨਤਾਵਾਂ ਅਤੇ ਪੁਰਾਤਨ ਮਾਨਤਾਵਾਂ ਦਾ ਮਿਸ਼ਰਤ ਰੂਪ ਹੈ। ਮਿੱਟੀ ਅਤੇ ਲੱਕੜ ਦੇ ਖਿਡੌਣਿਆਂ ਅਤੇ ਚਿੱਤਰਕਾਰੀ ਵੱਲ ਉਨ੍ਹਾਂ ਦਾ ਝੁਕਾਅ ਵੱਧ ਗਿਆ। ਲੋਕ ਸ਼ੈਲੀ ਵਿੱਚ ਚਿੱਤਰਕਾਰੀ ਦੇ ਰਚਨਹਾਰਿਆਂ ਵਿੱਚ ਉਸ ਦਾ ਬਹੁਤ ਸਤਿਕਾਰ ਹੈ। ਬੱਚੀ ਯਾਮਿਨੀ ਦਾ ਆਕਰਸ਼ਣ ਘੁਮਿਆਰ, ਜੁਲਾਹੇ, ਤਰਖਾਣ ਅਤੇ ਪੱਟੂ ਜੋ ਖਿਡੌਣੇ, ਗੁੱਡੀਆਂ, ਪੂਜਾ ਦੀਆਂ ਮੂਰਤੀਆਂ ਅਤੇ ਕੰਧ ਚਿੱਤਰ ਬਣਾਉਣ ਵਾਲੇ ਹਨ, ਵੱਲ ਵੱਧ ਗਿਆ। 1903 ਵਿੱਚ ਕਲਕੱਤਾ ਤੋਂ ਵਿਦੇਸ਼ੀ ਵਿਧੀ ਰਾਹੀਂ ਕਲਾ ਸਿਖਾਉਣ ਵਾਲੇ ਸੱਸਾ ਸਰਕਾਰੀ ਸਕੂਲ ਆਫ ਆਰਟ ਵਿੱਚ ਭੇਜਿਆ। ਇਹ ਸਕੂਲ ਹੋਰ ਸਿੱਖਿਆ ਵਾਂਗ ਅਕਾਦਮਿਕ ਢੰਗ ਨਾਲ ਹਾਵੀ ਸੀ ਅਤੇ ਸਮਕਾਲੀ ਲਹਿਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਕਲਕੱਤਾ ਆਰਟ ਸਕੂਲ ਛੱਡਣ ਤੋਂ ਬਾਅਦ ਯਾਮਿਨੀ ਰਾਏ ਰੋਜ਼ੀ ਰੋਟੀ ਦੀ ਭਾਲ ਵਿੱਚ ਇਲਾਹਾਬਾਦ ਆ ਗਈ। ਇੱਥੇ ਸਿਰਫ ਕਾਲੀਕਾਟੀ ਸਕਰੀਨ ਪੇਂਟਿੰਗ ਸ਼ੈਲੀ ਹੀ ਛਾਪੀ ਜਾਂਦੀ ਸੀ, ਜਿਸ ਕਾਰਨ ਇੱਕ ਵਿਲੱਖਣ ਸ਼ੈਲੀ ਵਿਕਸਿਤ ਹੋ ਗਈ ਸੀ। ਇਸ ਤੋਂ ਬਾਅਦ ਉਸਨੇ ਇਹ ਸਭ ਛੱਡ ਦਿੱਤਾ ਅਤੇ ਤੇਲ ਰੰਗਾਂ ਵਿੱਚ ਯੂਰਪੀਅਨ ਸ਼ੈਲੀ ਦੀਆਂ ਪੇਂਟਿੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। 1908 ਵਿੱਚ 21 ਸਾਲ ਦੀ ਉਮਰ ਵਿੱਚ ਉਹ ਕਲਕੱਤਾ ਵਿੱਚ ਇੱਕ ਫੈਸ਼ਨੇਬਲ ਵਿਅਕਤੀ ਚਿੱਤਰਕਾਰ ਵਜੋਂ ਮਸ਼ਹੂਰ ਹੋ ਗਿਆ। 1821 ਦੇ ਲਗਭਗ ਉਸਨੇ ਮਹਿਸੂਸ ਕੀਤਾ ਕਿ ਯੂਰਪੀਅਨ ਸ਼ੈਲੀ ਵਿੱਚ ਅੱਗੇ ਕੰਮ ਕਰਨਾ ਉਸਦੇ ਲਈ ਅਸੰਭਵ ਸੀ। 1930 ਵਿੱਚ ਸਟੇਟਸਮੈਨ ਵੱਲੋਂ ਇੱਕ ਪ੍ਰਦਰਸ਼ਨੀ ਲਗਾਈ ਗਈ। 1929 ਤੋਂ 1936 ਤੱਕ ਉਹ ਲਾਹੌਰ ਦੇ ਮੇਓ ਸਕੂਲ ਆਫ ਆਰਟ ਵਿੱਚ ਸਹਾਇਕ ਨਿਰਦੇਸ਼ਕ ਰਹੇ। 1947 ਤੋਂ 1988 ਤੱਕ ਉਹ ਸਿਟੀ ਸਕੂਲ ਆਫ ਫਾਈਨ ਆਰਟਸ ਲਾਹੌਰ ਦੇ ਡਾਇਰੈਕਟਰ ਰਹੇ। ਅਧਿਆਇ 12 ਬੰਗਾਲ ਸ਼ੈਲੀ ਅਤੇ ਭਾਰਤੀ ਕਲਾਕਾਰ ਆਧੁਨਿਕ ਅਤੇ ਕਲਾਸੀਕਲ ਦੇ ਅਹੁਦੇ ਤੇ ਕੰਮ ਕੀਤਾ। ਭਾਰਤ ਦੀ ਵੰਡ ਤੋਂ ਬਾਅਦ ਉਹ ਦਿੱਲੀ ਚਲੇ ਗਏ ਅਤੇ ਉੱਥੇ ਉਹਨਾਂ ਨੇ ਸ਼ਿਲਪੀ ਚੱਕਰ ਨਾਂ ਦੀ ਸੰਸਥਾ ਸ਼ੁਰੂ ਕੀਤੀ। ਜ਼ਿੰਦਗੀ ਦੇ ਆਖਰੀ ਪਲਾਂ ਤੱਕ ਨਿਰੰਤਰ ਰਚਨਾ ਕਰਦੇ ਹੋਏ 24 ਅਪ੍ਰੈਲ 1972 ਨੂੰ ਉਹਨਾਂ ਦੀ ਮੌਤ ਹੋ ਗਈ। ਯਾਮਿਨੀ ਰਾਏ ਦੀ ਕਲਾ। ਯਾਮਿਨੀ ਰਾਏ ਦੀ ਕਲਾ ਬਚਪਨ ਵਿੱਚ ਬਾਂਕੁੜਾ ਜ਼ਿਲ੍ਹੇ ਦੀ ਲੋਕ ਸ਼ੈਲੀ ਤੋਂ ਪ੍ਰਭਾਵਿਤ ਸੀ। ਉਹ ਕੰਧ ਚਿੱਤਰ ਦੀ ਕਾਲੀਕਾਟ ਸ਼ੈਲੀ ਤੋਂ ਪ੍ਰਭਾਵਿਤ ਸੀ, ਜਿਸ ਵਿੱਚ ਸਮਤਲ ਫੂਰੇ ਜਾਂ ਸਲੇਟੀ ਸਤ੍ਹਾ ਤੇ ਕਾਜਲ ਦੀਆਂ ਡੂੰਘੀਆਂ ਅਤੇ ਮਜ਼ਬੂਤ ਲਾਈਨਾਂ ਨੂੰ ਦਰਸਾਇਆ ਗਿਆ ਹੈ। ਔਰਤ ਅਤੇ ਮਾਂ ਅਤੇ ਬੱਚਾ ਇਸ ਸਮੇਂ ਦੀਆਂ ਉਸਦੀਆਂ ਰਚਨਾਵਾਂ ਹਨ। ਇਸ ਕਾਲ ਵਿੱਚ ਉਸਨੇ ਰਾਮਾਇਣ ਅਤੇ ਕ੍ਰਿਸ਼ਨ ਲੀਲਾ ਦਾ ਚਿੱਤਰਨ ਕੀਤਾ ਹੈ, ਪਰ ਰਾਮਾਇਣ ਦੀਆਂ ਚਿੱਤਰਕਲਾ ਦੇ ਮੁਕਾਬਲੇ ਕ੍ਰਿਸ਼ਨ ਲੀਲਾ ਦੇ ਚਿੱਤਰਾਂ ਵਿੱਚ ਗੀਤਕਾਰੀ ਅਤੇ ਅਲੰਕਾਰਿਕ ਪ੍ਰਭਾਵ ਵਧੇਰੇ ਹੈ। ਲੋਕ ਕਲਾ ਦੇ ਹੋਰ ਸਰੋਤਾਂ ਨੇ ਸਜਾਵਟ ਅਤੇ ਅਮੂਰਤਤਾ ਦੇ ਰੂਪ ਵਿੱਚ ਬੰਗਾਲ ਦੀ ਕਲਪਨਾ ਤੋਂ ਪ੍ਰੇਰਨਾ ਲਈ ਹੈ। ਕੁੜੀ ਦਾ ਸਾਹਮਣਾ ਕਰਨ ਵਾਲੀ ਚਿੱਤਰ ਯੋਜਨਾ ਅਤੇ ਲੋਕ ਜੀਵਨ ਅਤੇ ਖਿਡੌਣਿਆਂ ਅਤੇ ਗੁੱਡੀਆਂ ਤੋਂ ਚਮਕਦਾਰ ਰੰਗ ਸਕੀਮਾਂ। 1940 ਤੋਂ ਬਾਅਦ ਕਾਲੀਕਾਟ ਦੀਆਂ ਕੰਧ ਚਿੱਤਰਾਂ ਦੀ ਵਿਧੀ ਤੇ ਉਸਨੇ ਬਿੱਲੀਆਂ ਦੀਆਂ ਵੱਖ-ਵੱਖ ਸਥਿਤੀਆਂ ਦੀਆਂ ਤਸਵੀਰਾਂ ਬਣਾਈਆਂ ਹਨ। ਉਸਨੇ ਕਾਗਜ਼, ਗੱਤੇ, ਕੱਪੜੇ ਅਤੇ ਮਿੱਟੀ ਦੇ ਬਰਤਨਾਂ ਤੇ ਚਿੱਤਰਕਾਰੀ ਵੀ ਕੀਤੀ ਹੈ ਅਤੇ ਜ਼ਿਆਦਾਤਰ ਕੰਮ ਵਾਟਰ ਕਲਰ, ਕ੍ਰੇਨ ਅਤੇ ਟੈਂਪਰੇਰਾ ਨਾਲ ਕੀਤੇ ਹਨ। ਯੂਰਪੀ ਕਲਾ ਆਲੋਚਕਾਂ ਨੇ ਯਾਮਿਨੀ ਰਾਏ ਦੀਆਂ ਈਸਾਈ ਰਚਨਾਵਾਂ ਅਤੇ ਰੂਸੀ ਬਿਜ਼ੰਤੀਨ ਕਲਾ ਦੇ ਕੰਮਾਂ ਵਿਚਕਾਰ ਸਮਾਨਤਾ ਦੇ ਇੱਕ ਸ਼ਾਨਦਾਰ ਤੱਤ ਦਾ ਅਨੁਭਵ ਕੀਤਾ। ਕਰ ਚੁੱਕੇ ਹਨ। ਚਿੱਤਰ ਡਰਾਇੰਗ ਦੀ ਸਾਦਗੀ ਕਾਰਨ ਉਸ ਦੀ ਤੁਲਨਾ ਆਧੁਨਿਕ ਚਿੱਤਰਕਾਰ ਹੈਨਰੀ ਮੈਟਿਸ ਨਾਲ ਵੀ ਕੀਤੀ ਜਾਂਦੀ ਹੈ। ਯਾਮਿਨੀ ਰਾਏ ਤੋਂ ਪ੍ਰੇਰਿਤ ਹੋ ਕੇ ਕਈ ਨਵੇਂ ਕਲਾਕਾਰ ਲੋਕ ਸ਼ੈਲੀਆਂ ਵੱਲ ਮੁੜੇ ਹਨ। ਚਾਰਜ ਕੀੜੇ। ਚਾਰਜ ਕੀਟ ਦਾ ਜਨਮ 17 ਅਪ੍ਰੈਲ 1901 ਨੂੰ ਸ਼੍ਰੀਲੰਕਾ ਦੇ ਕੈਂਡੀ ਨਾਮਕ ਸਥਾਨ ਤੇ ਹੋਇਆ ਸੀ।
ਬਚਪਨ ਤੋਂ ਹੀ ਜਾਰਜ ਨੂੰ ਡਰਾਇੰਗ ਅਤੇ ਨਵੀਆਂ ਕਾਢਾਂ ਦਾ ਸ਼ੌਕ ਸੀ। ਉਚੇਰੀ ਵਿੱਦਿਆ ਲਈ ਇਸਨੇ ਕੈਂਡੀ ਦੇ ਟ੍ਰਿਨਿਟੀ ਕਾਲਜ ਵਿੱਚ ਦਾਖਲਾ ਲਿਆ, ਪਰ ਕਲਾ ਵਿੱਚ ਆਪਣੀ ਵਿਸ਼ੇਸ਼ ਰੁਚੀ ਕਾਰਨ ਉਸਨੇ 1918 ਵਿੱਚ ਪੜ੍ਹਾਈ ਛੱਡ ਦਿੱਤੀ। 1926 ਵਿੱਚ ਉਸਨੇ ਪੇਂਟਿੰਗ ਵਿੱਚ ਵਿਸ਼ੇਸ਼ ਤੌਰ ਤੇ ਰਹਿਣਾ ਸ਼ੁਰੂ ਕੀਤਾ। 1928 ਵਿੱਚ ਉਸਨੇ ਗੋਵਿੰਦਮਾ ਨਾਮ ਦੀ ਇੱਕ ਡਾਂਸਰ ਨੂੰ ਇੱਕ ਮਾਡਲ ਵਜੋਂ ਵਰਤ ਕੇ ਇੱਕ ਨਗਨ ਤਸਵੀਰ ਪੇਂਟ ਕੀਤੀ। 1930 ਅਤੇ 1932 ਦੇ ਵਿਚਕਾਰ ਉਸਨੇ ਬੋਧੀ ਭਿਕਸ਼ੂਆਂ ਦੇ ਜੀਵਨ ਨੂੰ ਚਿੱਤਰਿਆ। ਇਹ ਪੇਂਟਿੰਗਾਂ ਬਹੁਤ ਹੀ ਸਾਧਾਰਨ ਸ਼ੈਲੀ ਵਿੱਚ ਬਣਾਈਆਂ ਗਈਆਂ ਹਨ। 1933 ਵਿੱਚ ਜਾਰਜਕੋਟ ਦੀ ਕਲਾ ਵਿੱਚ ਅਮੂਰਤ ਰੂਪ ਅਤੇ ਰੇਖਾਵਾਂ ਪ੍ਰਮੁੱਖ ਹੋਣ ਲੱਗੀਆਂ। ਇਹਨਾਂ ਵਿੱਚ ਜੈਦੇਵ ਦੁਆਰਾ ਗੀਤ ਗੋਵਿੰਦ ਉੱਤੇ ਆਧਾਰਿਤ ਕ੍ਰਿਸ਼ਨ ਰਾਧਾ ਦੀ ਪ੍ਰੇਮ ਕਹਾਣੀ ਦਾ ਵਿਸ਼ਾ ਪ੍ਰਮੁੱਖ ਹੈ। ਉਸ ਦੀ ਇਸ ਸਮੇਂ ਦੀ ਰਚਨਾ ਭੀਮ ਅਤੇ ਜਰਾਸੰਧਾ ਸੰਸਾਰ ਦੀਆਂ ਫਾਸੀਵਾਦੀ ਤਾਕਤਾਂ ਦਾ ਪ੍ਰਤੀਕ ਹੈ। ਹਿੰਦੂ ਅਤੇ ਬੋਧੀ ਕਹਾਣੀਆਂ ਜਾਰਜਕੀਟ ਦੇ ਬਾਅਦ ਦੇ ਜੀਵਨ ਵਿੱਚ ਚਿੱਤਰਕਾਰੀ ਲਈ ਪ੍ਰੇਰਨਾ ਸਨ। ਉਹਨਾਂ ਨੇ ਜਾਤਕ ਕਥਾਵਾਂ, ਨਾਇਕਾਵਾਂ, ਰਾਗ, ਰਾਗਿਨੀ, ਕ੍ਰਿਸ਼ਨ ਲੀਲਾ ਅਤੇ ਸ਼੍ਰੀਲੰਕਾ ਦੇ ਲੋਕ ਜੀਵਨ ਅਤੇ ਪ੍ਰਕਿਰਤੀ ਨਾਲ ਸੰਬੰਧਿਤ ਤਸਵੀਰਾਂ ਅੰਕਿਤ ਕੀਤੀਆਂ ਹਨ। ਗੀਤ ਗੋਵਿੰਦ ਦੇ ਉਸ ਦੇ ਚਿੱਤਰ ਵਿਸ਼ੇਸ਼ ਤੌਰ ਤੇ ਪ੍ਰਸਿੱਧ ਹੋਏ ਹਨ। ਸੇਜ਼ਾਨ, ਗੌਗੁਇਨ ਅਤੇ ਪਿਕਾਸੋ ਤੋਂ ਇਲਾਵਾ ਉਸ ਦੀ ਕਲਾ ਵਿੱਚ ਅਜੰਤਾ, ਸਿਗੀਰੀਆ, ਚੋਲਾ ਕਾਰਪੇਟ ਕਾਂਸੀ ਦੀਆਂ ਮੂਰਤੀਆਂ, ਕੈਂਡੀ ਦੀ ਲੋਕ ਕਲਾ, ਦੱਖਣੀ ਕੰਨ ਚਿੱਤਰ ਅਤੇ ਰਾਬਿੰਦਰਨਾਥ ਟੈਗੋਰ ਦਾ ਪ੍ਰਭਾਵ ਹੈ। ਸਮਕਾਲੀ 109 ਅੰਮ੍ਰਿਤਾ ਸ਼ੇਰਗਿੱਲ। ਅੰਮ੍ਰਿਤਾ ਸ਼ੇਰਗਿੱਲ ਦਾ ਜਨਮ 30 ਜਨਵਰੀ 1913 ਨੂੰ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਵਿੱਚ ਹੋਇਆ ਸੀ। ਜਦੋਂ ਉਹ 5.5 ਸਾਲ ਦੀ ਸੀ ਤਾਂ ਉਸਨੇ ਰੰਗਦਾਰ ਚਾਕ ਨਾਲ ਆਪਣੇ ਆਲੇ ਦੁਆਲੇ ਖਿਡੌਣਿਆਂ ਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। 7 ਸਾਲ ਦੀ ਉਮਰ ਵਿੱਚ ਉਸਨੇ ਹੰਗਰੀ ਦੀਆਂ ਪਰੀ ਕਹਾਣੀਆਂ ਅਤੇ ਬੱਚਿਆਂ ਦੇ ਪਹਿਰਾਵੇ ਦੀਆਂ ਸੁੰਦਰ ਤਸਵੀਰਾਂ ਬਣਾਈਆਂ। 1924 ਵਿੱਚ 11 ਸਾਲ ਦੀ ਉਮਰ ਵਿੱਚ ਅੰਮ੍ਰਿਤਾ ਨੂੰ ਫਲੋਰੈਂਸ, ਇਟਲੀ ਦੇ ਆਰਟ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਇਸ ਸਮੇਂ ਦੌਰਾਨ ਉਸ ਦੀ ਪ੍ਰਤਿਭਾ ਦੇ ਪ੍ਰਦਰਸ਼ਨ ਕਾਰਨ ਉਸ ਦੇ ਪਰਿਵਾਰ ਦੇ ਸ਼ੁਭਚਿੰਤਕਾਂ ਨੇ ਉਸ ਨੂੰ ਯੂਰਪ ਵਾਪਸ ਜਾ ਕੇ ਕਲਾ ਦੀ ਪੜ੍ਹਾਈ ਕਰਨ ਦੀ ਸਲਾਹ ਦਿੱਤੀ। 1932 ਵਿੱਚ ਗ੍ਰਾਂਟ ਸੈਲੂਨ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਤਸਵੀਰਾਂ ਵਿੱਚ ਯੰਗ ਗਰਲਜ਼ ਸਿਰਲੇਖ ਵਾਲੀ ਤਸਵੀਰ ਦੀ ਖੁੱਲ੍ਹੀ ਆਵਾਜ਼ ਵਿੱਚ ਸ਼ਲਾਘਾ ਕੀਤੀ ਗਈ ਸੀ। 1935 ਵਿੱਚ ਅੰਮ੍ਰਿਤਾ ਨੇ ਆਪਣੀਆਂ ਕੁਝ ਪੇਂਟਿੰਗਾਂ ਫਾਈਨ ਆਰਟਸ ਸੁਸਾਇਟੀ ਨੂੰ ਇੱਕ ਪ੍ਰਦਰਸ਼ਨੀ ਲਈ ਭੇਜੀਆਂ। ਇਹਨਾਂ ਵਿੱਚ ਬਾਲ ਦੁਲਹਨ, ਭਾਰਤੀ ਮਾਂ, ਭਿਖਾਰੀ, 3 ਲੜਕੀਆਂ ਅਤੇ ਪਹਾੜੀ ਔਰਤਾਂ ਆਦਿ ਪ੍ਰਮੁੱਖ ਹਨ। ਅੰਮ੍ਰਿਤਾ ਨੇ ਦੱਖਣ ਵਿੱਚ ਕੋਚੀਨ, ਤ੍ਰਿਵੇਂਦਰਮ, ਕੰਨਿਆਕੁਮਾਰੀ, ਮਧੂ ਅਤੇ ਮੱਤਨਦਾਰੀ ਦੇ ਮੰਦਰਾਂ, ਦੱਖਣ ਦੀ ਧਰਤੀ, ਬਨਸਪਤੀ ਅਤੇ ਉੱਥੋਂ ਦੇ ਨੰਗੇ ਮਰਦ ਔਰਤਾਂ ਦੇ ਕੰਨ ਚਿੱਤਰ ਦੇਖੇ ਅਤੇ ਇਹਨਾਂ ਸਾਰਿਆਂ ਨੇ ਉਸ ਦੀ ਕਲਾ ਨੂੰ ਵੀ ਪ੍ਰਭਾਵਿਤ ਕੀਤਾ। 1936 ਵਿੱਚ ਹੀ ਅੰਮ੍ਰਿਤਾ ਨੇ ਹੈਦਰਾਬਾਦ, ਇਲਾਹਾਬਾਦ ਅਤੇ ਦਿੱਲੀ ਵਿੱਚ ਆਪਣੀਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਗਾਈ। ਇੱਥੇ ਉਹਨਾਂ ਦੀ ਮੁਲਾਕਾਤ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਹੋਈ। ਇੱਥੇ ਉਸਨੇ ਭਾਰਤੀ ਔਰਤਾਂ ਦੀਆਂ ਘਰੇਲੂ, ਸਮਾਜਿਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਨੂੰ ਸਮਝਣ ਅਤੇ ਚਿੱਤਰਨ ਦੀ ਕੋਸ਼ਿਸ਼ ਕੀਤੀ। ਚੂਲਿਕ, ਕਹਾਣੀਕਾਰ, ਵਹੁਟੀ, ਮੰਜੇ ਤੇ ਆਰਾਮ ਕਰਨ ਵਾਲੀ ਔਰਤ ਆਦਿ ਉਸਦੇ ਇਸ ਸਮੇਂ ਦੇ ਚਿੱਤਰਾਂ ਵਿੱਚ ਪ੍ਰਮੁੱਖ ਹਨ। ਸਿਰਫ 28 ਸਾਲ ਦੀ ਉਮਰ ਵਿੱਚ 5 ਦਸੰਬਰ 1941 ਨੂੰ ਉਹਨਾਂ ਦੀ ਮੌਤ ਹੋ ਗਈ। ਅੰਮ੍ਰਿਤਾ ਦੀ ਕਲਾ। ਅੰਮ੍ਰਿਤਾ ਨੂੰ ਸ਼ੁਰੂ ਤੋਂ ਹੀ ਮਨੁੱਖੀ ਸਰੀਰ ਦੇ ਚਿੱਤਰਨ ਵਿੱਚ ਵਿਸ਼ੇਸ਼ ਰੁਚੀ ਸੀ। ਕਿਸ਼ੋਰ ਦੇ ਰੂਪ ਵਿੱਚ ਉਸਨੇ ਯੂਰਪ ਦੇ ਕਲਾਕਾਰਾਂ ਵਾਂਗ ਨਗਨ, ਮਨੁੱਖੀ ਮਾਡਲ ਪੇਂਟ ਕਰਨਾ ਸ਼ੁਰੂ ਕੀਤਾ। ਗੌਗੁਇਨ, ਵੈਨ ਗੌਗ ਅਤੇ ਸੇਜ਼ਾਨ ਨੇ ਆਪਣੇ ਯੂਰਪੀ ਠਹਿਰਨ ਦੇ ਸਮੇਂ ਉਸ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਜਿਸ ਵਿੱਚ ਉਸ ਦੀਆਂ ਕਲਾਕ੍ਰਿਤੀਆਂ ਵਿੱਚ ਸਾਦਗੀ ਸ਼ਾਮਲ ਸੀ। ਅੰਮ੍ਰਿਤਾ ਦੀ ਕਲਾ ਵਿੱਚ ਪੂਰਬ ਅਤੇ ਪੱਛਮ ਦੀਆਂ ਸ਼ੈਲੀਆਂ ਦਾ ਤਾਲਮੇਲ ਹੋਇਆ ਹੈ। ਉਸ ਦੇ ਚਿੱਤਰਾਂ ਵਿੱਚ ਗੌਗੁਇਨ ਦੀ ਮੁੱਢਲੀ ਸਾਦਗੀ, ਸੇਜ਼ਾਨ ਵਰਗੀ ਬਣਤਰ ਦਾ ਪ੍ਰਭਾਵ, ਭਾਰਤੀ ਲਘੂ ਚਿੱਤਰਾਂ ਦੇ ਸਮਾਨ ਰੰਗ ਦੀ ਸੁੰਦਰਤਾ, ਬਰੂਗੇਲ ਦੀ ਐਲਡਰ ਦੇ ਸਮਾਨ ਸਮਤਲ ਛਾਂਦਾਰ ਸਥਾਨਾਂ ਦਾ ਚਿੱਤਰਣ ਅਤੇ ਐਕਸਪ੍ਰੈਸ਼ਨਿਸਟਾਂ ਦੇ ਸਮਾਨ ਰੂਪ ਅਤੇ ਰੰਗ ਦੀ ਭਾਵਨਾ ਹੈ। ਅੰਮ੍ਰਿਤਾ ਸ਼ੇਰਗਿੱਲ ਦੀ ਪ੍ਰਸਿੱਧੀ ਮੁੱਖ ਤੌਰ ਤੇ 5 ਚਿੱਤਰਾਂ ਤੇ ਆਧਾਰਿਤ ਹੈ। 1. ਪਹਾੜ 3. ਬ੍ਰਹਮਚਾਰੀ ਪੁਰਸ਼।
2 ਪਹਾੜੀ ਔਰਤਾਂ। 4 ਬ੍ਰਾਈਡਲ ਮੇਕਅਪ। 5 ਬਾਜ਼ਾਰ ਵਿੱਚ ਜਾ ਰਹੇ ਦੱਖਣੀ ਭਾਰਤੀ ਪੇਂਡੂ। ਇਸ ਵਿੱਚ ਇੱਕ ਹੋਰ ਤਸਵੀਰ ਜੋੜੀ ਗਈ ਹੈ। ਫਲ ਵੇਚਣ ਵਾਲੀ ਅੰਮ੍ਰਿਤਾ ਸ਼ੇਰ ਗਿੱਲ ਨੇ ਪੱਛਮੀ ਮਾਰਕਿੰਗ ਪ੍ਰਣਾਲੀ ਅਤੇ ਭਾਰਤੀ ਜੀਵਨ ਦ੍ਰਿਸ਼ਟੀ ਨੂੰ ਆਪਣੀ ਕਲਾ ਦਾ ਆਧਾਰ ਬਣਾਇਆ। ਉਸ ਦੇ ਪ੍ਰਯੋਗਾਂ ਦਾ ਆਧਾਰ ਹੀ ਨਵੇਂ ਚਿੱਤਰਕਾਰਾਂ ਨੂੰ ਪ੍ਰਯੋਗ ਕਰਨ ਲਈ ਉਤਸ਼ਾਹ ਦਿੰਦਾ ਸੀ। ਇਹ ਸੀ ਅੰਮ੍ਰਿਤਾ ਸ਼ੇਰ ਗਿੱਲ ਦਾ ਇਤਿਹਾਸਕ ਯੋਗਦਾਨ। ਆਪਣੀ ਕਲਾ, ਸੁਭਾਅ, ਚਰਿੱਤਰ ਅਤੇ ਸ਼ਖਸੀਅਤ ਵਿੱਚ ਅੰਮ੍ਰਿਤਾ ਨੂੰ ਲੰਡਨ ਆਧਾਰਿਤ ਕਵੀ ਬਾਇਰਨ ਦਾ ਭਾਰਤੀ ਔਰਤ ਵਰਜਨ ਕਿਹਾ ਗਿਆ ਹੈ।